ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ। ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਵਿਖੇ ਬੀਤੀ ਰਾਤ ਚੋਰ ਸਟੇਟ ਬੈਂਕ ਆਫ ਇੰਡੀਆ ਦਾ ATM ਪੁੱਟ ਕੇ ਲੈ ਗਏ। ਪੱਤਰਕਾਰ ਮੇਜਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ। ਦਿੱਲੀ ਦੀ ਆਊਟਰ ਰਿੰਗ ਰੋਡ ਤੇ ਜਾਮ ਅੱਜ। लद्दाख के बाकी हिस्सों चों चीन जल्दी फौजा पिछे हटाएगा भारत। हरियाणा का बजट इजलास शुरू। ਨੂੰਹ ਵੱਲੋਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਆਪਣੇ ਪਹਿਲੇ ਸੱਸ ਸਹੁਰੇ ਦੀ ਕੀਤੀ ਕੁੱਟਮਾਰ। ਘਰ ਵਿੱਚ ਵੀ ਕੀਤੀ ਭੰਨਤੋੜ। ਪੁਲਿਸ ਵੱਲੋਂ 7 ਲੋਕਾਂ ਖਿਲਾਫ ਮਾਮਲਾ ਦਰਜ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸ਼ਵੇਤ ਮਲਿਕ ਦਾ ਹੋਇਆ ਕਿਸਾਨਾਂ ਵੱਲੋਂ ਵਿਰੋਧ। ਐਕਸਪ੍ਰੈਸ ਹਾਈਵੇ ਲਈ ਕਿਸਾਨਾਂ ਨੂੰ ਵਾਜਿਬ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਨੇ SDM ਖਡੂਰ ਸਾਹਿਬ ਦੇ ਦਫ਼ਤਰ ਬਾਹਰ ਮਾਰਿਆ ਧਰਨਾ। ਸ਼ਹਿਰ ਧੂਰੀ ਦੇ ਨਜ਼ਦੀਕ ਪਿੰਡ ਵਿਖੇ ਇੱਕ ਸਕੂਲ ਅਧਿਆਪਕਾਂ ਨੇ 11 ਸਾਲਾਂ ਦੇ ਇੱਕ ਵਿਦਿਆਰਥੀ ਨਾਲ ਛੇੜਛਾੜ ਕੀਤੀ ਹੈ, ਜਿਸ ਤੇ ਪਿੰਡ ਦੇ ਵਸਨੀਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਵਿਖੇ ਬੀਤੀ ਰਾਤ ਚੋਰ ਸਟੇਟ ਬੈਂਕ ਆਫ ਇੰਡੀਆ ਦਾ ATM ਪੁੱਟ ਕੇ ਲੈ ਗਏ। ਇਹ ਵਾਰਦਾਤ तड़के करीब 3 बजे हुई है। शुक्रवार सवेरे जिवें ही पुलिस नूं इस दी सूचना मिली है तां DSP रघुवीर सिंह मौके ते आए। फिंगरप्रिंट माहिर भी सद्दे गए। DSP ने कहा है कि CCTV फुटेज अनुसार रस्सा पा के किसी गड्डी नाल ATM पुट्टिया गया है। चोरां दी भाल कीती जा रही। बैंक मैनेजर संजीव कुमार ने कहा है कि ATM च रात क्लोजर समय 18,88,000 नकदी सी जो चोर मशीन समेत लै गए ने। संजीव कुमार ब्रांच मैनेजर SBI सन सिटी। मैं तो फोन आया सीगा भी इदा करके ATM साडा पट के लै गए तो मैं 7:30 बजे तक पहुँच गया सीगा। 18,88,000 सीगा जी। कदों पाया सी आखिरी बार? ये कल कैश पाया सीगा। कल शाम में? कल दोपहरे 4.5 लाख पहले सीगा। 18 लाख वाला सी पाया सीगा ते राती जिहड़ा क्लोजर बैलेंस सीगा 18,88,000 सीगा। 9 ਵਜੇ ਦਾ ਇਨਸੀਡੈਂਸ ਹੈਗਾ। ATM ਨੂੰ ਕਿਸੇ ਰਸੇ ਦੀ ਸਹਾਇਤਾ ਦੇ ਨਾਲ ਬੰਨ੍ਹ ਕੇ ਉਹਨੂੰ ਪੁੱਟ ਕੇ ਲੈ ਗਏ ਨੇ। 4 ਵੀਲਰ ਦੀ ਸਹਾਇਤਾ ਦੇ ਨਾਲ। ਕੋਈ ਬਲੈਕ ਕਲਰ ਦਾ ਹੈਗਾ ਫੁਟੇਜ। ਮੈਟਰ ਐਂਡ ਇਨਵੈਸਟੀਗੇਸ਼ਨ ਹੈਗਾ। ਵਹੀਕਲ ਦੀ ਡਾਇਰੈਕਸ਼ਨ ਕਿਸ ਪਾਸੇ ਦੀ ਗਿਆ ਹੈਗਾ ਤੇ ਕੁਝ ਫੁਟੇਜ ਮਿਲੇ ਨੇ। ਉਹਦੀ ਜੋ ਲੀਡ ਮਿਲੀ ਆ ਉਹਦੇ ਆਧਾਰ ਤੇ ਇਹਨੂੰ ਛੇਤੀ ਹੱਲ ਕੀਤਾ ਜਾਵੇਗਾ। ਵੱਖ-ਵੱਖ ਟੀਮਾਂ ਜਿਹੜੀਆਂ ਭੇਜ ਦਿੱਤੀਆਂ ਗਈਆਂ ਫੀਲਡ ਦੇ ਵਿੱਚ। ਉਹ ਕੈਮਰੇ ਸਾਰੇ ਚੈੱਕ ਕੀਤੇ ਜਾ ਰਹੇ। ਇਹ ਬੰਦੇ ਵੈਸੇ ਫੁਟੇਜ ਦੇ ਵਿੱਚ 3 ਕੁ ਬੰਦੇ ਕਵਰ ਹੋਏ ਨੇ। ਬਾਕੀ ਜਿਹੜਾ ਕਈ ਵਾਰ ਜਿਹੜਾ ਕ੍ਰਿਮੀਨਲ ਹੁੰਦਾ ਅੱਗੇ ਪਿੱਛੇ ਰਹਿ ਕੇ ਵੀ ਕਰਦਾ ਹੈਗਾ ਉਹ ਬਾਕੀ ਜਦੋਂ ਡਿਟੇਲ ਆਪਾਂ ਕੈਮਰੇ ਸਾਰੇ ਫੁਟੇਜ ਚੈੱਕ ਕਰਾਂਗੇ ਆਸ-ਪਾਸ ਤੋਂ ਐਗਜ਼ੈਕਟ ਨੰਬਰ ਫਿਰ ਹੀ ਪਤਾ ਲੱਗੇ। ਤੇ ਕਿੰਨੇ ਪੈਸੇ ਲੱਗੇ ATM 'ਚ ਕੁਝ? ਕਿਉਂਕਿ ਅਜੇ ਬੈਂਕ ਅਧਿਕਾਰੀਆਂ ਨੇ ਸਾਨੂੰ ਅਪਰੋਚ ਨਹੀਂ ਕੀਤਾ ਹੈਗਾ। ਡਿਟੇਲ ਉਹ ਦੱਸਣਗੇ ਵੀ ਕਿੰਨੇ ਪੈਸੇ ਨੇ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਵੀ ਕਿੰਨੇ ਪੈਸੇ। ਬਟ ਇਹ ਜਿਹੜਾ ATM ਹੈ ਇਹ ਥੈਫਟ ਜ਼ਰੂਰ ਹੋਈ। ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਬੀਤੇ ਦਿਨੀ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਨਵਜੋਤ ਸਿੰਘ ਸਿੰਘੂ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਤੇ ਅਕਾਲੀਆਂ ਤੇ ਸ਼ਬਦੀ ਹਮਲੇ ਕੀਤੇ। ਮਹਾਰਾਣੀ ਪਰਨੀਤ ਕੌਰ ਨਾਲ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਦੀ ਮੌਤ ਤੇ ਬਹੁਤ ਦੁੱਖ ਹੋਇਆ ਹੈ ਕਿਉਂਕਿ ਉਸ ਦੀ ਉਮਰ ਅਜੇ ਮਹਿਜ਼ 18 ਸਾਲ ਦੀ ਸੀ। ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਨਵਜੋਤ ਆਪਣੇ ਪਰਿਵਾਰ ਦਾ ਇਕਲੌਤਾ ਹੀ ਪੁੱਤਰ ਸੀ। ਇਸ ਕਰਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਸੀਂ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਆਏ ਹਾਂ। ਜੋ ਨਵਜੋਤ ਦੀ ਮੌਤ ਹੋ ਗਈ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ। ਮਹਾਰਾਣੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਤਾ ਨਹੀਂ ਅਜੇ ਤੱਕ ਮੋਦੀ ਸਰਕਾਰ ਕਿਉਂ ਨਹੀਂ ਕਿਸਾਨਾਂ ਦਾ ਕੋਈ ਹੱਲ ਕਰ ਰਹੀ। ਬਹੁਤ ਹੀ ਦੁੱਖ ਹੋਇਆ ਨਵਜੋਤ ਦੇ ਜਾਣ ਦੇ ਨਾਲ। और जिस तरह दस रहे थी 18 साल 2 महीने के करीब सी। बहुत ही होनहार बच्चा सी जिस तरह सारे दसते ने। और दुख भरी ये कहानी है जेड़े माँ बाप रह गए इन्हां दा अगे कोई होर है ही नहीं, कोई बच्चा ही है नहीं। तो बच्चे तो सारे ही प्यारे हुंदे ने। एक होण 4 होण दुख बहुत होया। अज मंत्री साहब दे नाल मैं इन्हां दे दुख दे विच शामिल होने लिए आई है। देखो 100 दिन पूरे हो गए इन्हां दे हले भी कोई असर नहीं पिया। सारियां ने कोशिश कर ली पर यह है कि कोशिश जारी रहूगी
ਔਰ ਅਸੀਂ ਜੋ ਕਿਸਾਨ ਹੈਗੇ ਆ ਉਹਨਾਂ ਦੇ ਨਾਲ ਮੇਰੇ ਖਿਆਲ 'ਚ ਇੱਕ ਵਿਅਕਤੀ ਪੰਜਾਬ ਦਾ, ਸਾਡੀ ਪਾਰਟੀ ਕਾਂਗਰਸ ਔਰ ਸਾਡੀ ਸਰਕਾਰ ਮੁੱਖ ਮੰਤਰੀ ਸਾਹਿਬ ਦੇ ਹੇਠਾਂ ਸਾਰੇ ਇਹਨਾਂ ਦੇ ਨਾਲ ਹੈਗੇ ਆ ਔਰ ਇਹਨਾਂ ਦੀ ਲੜਾਈ ਦੇ ਵਿੱਚ ਇਹਨਾਂ ਦੇ ਨਾਲ ਰਹਾਂਗੇ। ਬਹੁਤ ਮਾੜਾ ਹੋਇਆ, ਬਹੁਤ ਹੀ ਦਰਦ ਹੋਇਆ। ਇਕਲੌਤਾ ਬੱਚਾ ਮੈਨੂੰ ਦੱਸਿਆ ਕਿ ਜਿਵੇਂ ਇਹਨਾਂ ਦਾ ਫਾਦਰ ਸੀ, ਅਜੇ 40 ਸਾਲ ਦਾ ਹੀ ਉਮਰ ਬੰਦਾ ਆਪ ਆ, ਉਹਦਾ ਬੇਟਾ 18 ਸਾਲ ਕੁਛ ਮਹੀਨੇ ਦਾ ਸੀਗਾ। ਬੜੀਆਂ ਆਸਾਂ ਸੀ, +2 ਕਰਨ ਤੋਂ ਬਾਅਦ ਉਹ ਕਰ ਰਿਹਾ ਸੀਗਾ, ਆਈਲੈਟਸ ਕਰ ਰਿਹਾ ਸੀ, ਕੋਈ ਬਾਹਰ ਜਾਏਗਾ, ਵਿਦੇਸ਼ ਜਾਏਗਾ। ਮਾਂ ਬਾਪ ਨੂੰ, ਅਜੇ ਦਾਦੀ ਬੈਠੀ ਹੈ, ਛੋਟੀ ਉਮਰੇ ਇਹਦਾ ਦਾਦਾ ਗੁਜ਼ਰ ਗਿਆ ਸੀ। ਔਰ ਬੜਾ ਪਰਿਵਾਰ, ਗਰੀਬ ਪਰਿਵਾਰ ਹੈ, ਛੋਟਾ ਕਿਸਾਨ ਹੈ, ਬਿਲਕੁਲ 2-3 ਕਿੱਲੇ ਦੇ ਮਾਲਕ ਨੇ। ਔਰ ਬੜਾ ਦਰਦ ਹੋਇਆ, ਨਾ ਸਹਿਣ ਵਾਲਾ ਦਰਦ ਹੈ। ਅਸੀਂ ਮਹਾਰਾਣੀ ਸਾਹਿਬ ਤੇ ਅਸੀਂ ਆ ਕੇ ਅੱਜ ਪਰਿਵਾਰ ਨਾਲ ਔਰ ਇਲਾਕੇ ਭਰ ਦੇ ਸਾਰੇ ਮੋਹਤਵਰ ਬੰਦੇ ਆ ਕੇ ਉਹਨਾਂ ਨੂੰ ਦੁੱਖ ਸਾਂਝਾ ਕੀਤਾ। ਇਹ ਘਾਟਾ ਤਾਂ ਪੂਰਾ ਹੋ ਨਹੀਂ ਸਕਦਾ, ਫਿਰ ਵੀ ਪੰਜਾਬ ਸਰਕਾਰ ਵੱਲੋਂ ਕੋਈ ਪੰਜਾਬ ਸਰਕਾਰ ਵੱਲੋਂ ਦੇਖੋ, ਪੂਰੇ ਦੇਸ਼ ਦੇ ਵਿੱਚ ਕਿਸੇ ਸਰਕਾਰ ਨੇ ਇੱਕ ਆਨੇ ਦੀ ਮਦਦ ਨਹੀਂ ਕੀਤੀ ਕਿਸੇ ਕਿਸਾਨ ਦੀ। ਔਰ ਪਹਿਲਾਂ ਵੀ ਜਿੰਨੇ ਕੇਸ ਹੋਏ ਨੇ, ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਇਹਨੂੰ ਵੀ ਪਹਿਲਾਂ ਦੀ ਤਰ੍ਹਾਂ 5 ਲੱਖ ਰੁਪਈਆ ਔਰ ਇਹਦੇ ਨਾਂ ਤੇ ਇੱਕ ਸੜਕ ਅਸੀਂ ਨਵੀਂ ਬਣਾਉਣੀ ਹੈ, ਜਿੱਥੇ 60 ਤੋਂ 70 ਲੱਖ ਰੁਪਈਆ ਲੱਗਣਾ। ਬਣਾ ਕੇ ਇਹਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਬਾਕੀ ਇਲਾਕੇ ਦੇ ਸਾਡੇ ਮੋਹਤਵਰ ਸੱਜਣ ਨੇ, ਪਰਿਵਾਰ ਵਾਲਿਆਂ ਦੀ ਫੇਰ ਵੀ ਅਸੀਂ ਮਦਦ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 6 ਮਾਰਚ ਨੂੰ ਦਿੱਲੀ ਨੂੰ ਚੁਫੇਰਿਓਂ ਘੇਰਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਤੇ ਕੁੰਡਲੀ ਗਾਜ਼ੀਆਬਾਦ ਪਲਵਲ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਾਮ ਕੀਤਾ ਜਾਵੇਗਾ। ਮੋਰਚੇ ਵੱਲੋਂ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਕਿਸਾਨਾਂ ਵੱਲੋਂ ਘਰਾਂ, ਦਫ਼ਤਰਾਂ ਤੇ ਸੰਸਥਾਵਾਂ ਤੇ ਕਾਲੇ ਝੰਡੇ ਝੁਲਾਏ ਜਾਣਗੇ। ਮੋਰਚੇ ਵਿੱਚ ਸ਼ਾਮਿਲ ਲੋਕ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਖਿਲਾਫ ਰੋਸ ਜ਼ਾਹਿਰ ਕਰਨਗੇ। ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਤੇ ਕਿਸੇ ਵੀ ਖੱਜਲ ਖੁਆਰੀ ਤੋਂ ਬਚਣ ਲਈ ਇਸ ਰੂਟ ਤੇ ਆਉਣ ਤੋਂ ਗੁਰੇਜ਼ ਕਰਨ। ਆਗੂਆਂ ਨੇ ਕਿਹਾ ਹੈ ਕਿ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਖੁੱਲ੍ਹ ਰਹੇਗੀ। ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੇ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾਕਟਰ ਦਰਸ਼ਨਪਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਪੱਕਾ ਭਰੋਸਾ ਹੈ ਕਿ ਕਿਸਾਨ ਅੰਦੋਲਨ ਨਾਲ ਸਰਕਾਰ ਉੱਪਰ ਕਿਸਾਨੀ ਮੰਗਾਂ ਮੰਨਣ ਲਈ ਦਬਾਅ ਬਣੇਗਾ ਤੇ ਮੋਦੀ ਸਰਕਾਰ ਹੋਰ ਕਮਜ਼ੋਰ ਹੋਵੇਗੀ। ਕੇਂਦਰ ਸਰਕਾਰ ਨੂੰ ਜਿੱਦ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਮੁੜ ਗੱਲਬਾਤ ਕਰਨੀ ਪਏਗੀ। ਅਗਲੇ ਦਿਨਾਂ ਦੌਰਾਨ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਉਹਨਾਂ ਕਿਹਾ ਹੈ ਕਿ ਗਰਮੀ ਵਿੱਚ ਵੀ ਕਿਸਾਨ ਕੜਾਕੇ ਦੀ ਠੰਡ ਵਾਂਗ ਮੋਰਚੇ ਵਿੱਚ ਡਟੇ ਰਹਿਣ ਲਈ ਦ੍ਰਿੜ ਸੰਕਲਪ ਹਨ। ਉਹਨਾਂ ਕਿਹਾ ਹੈ ਕਿ ਇਹ ਤਿੰਨੋਂ ਕਾਲੇ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਮੰਡੀ ਪ੍ਰਬੰਧ ਵਿੱਚ ਕਾਰਪੋਰੇਟਾਂ ਨੂੰ ਦਾਖਲ ਕਰ ਰਹੀ ਹੈ। ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। 68 ਸਾਲਾਂ ਦੇ ਮੇਜਰ ਸਿੰਘ ਨੂੰ ਪਿਛਲੇ ਦਿਨੀ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਸਨ। ਸ਼ਨੀਚਰਵਾਰ ਸਵੇਰੇ 6:30 ਵਜੇ ਉਹਨਾਂ ਨੇ ਆਖਰੀ ਸਾਹ ਲਈ। ਉਹ ਪੰਜਾਬ ਪ੍ਰੈਸ ਕਲੱਬ ਦੇ ਮੌਜੂਦਾ ਜਨਰਲ ਸਕੱਤਰ ਸਨ ਅਤੇ ਇਸ ਤੋਂ ਪਹਿਲਾਂ ਪ੍ਰਧਾਨ ਵੀ ਰਹਿ ਚੁੱਕੇ ਨੇ। ਕੁਝ ਸਮਾਂ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਰਹੇ ਮੇਜਰ ਸਿੰਘ ਆਪਣੇ ਪਿੱਛੇ ਪਤਨੀ ਤੇ 2 ਪੁੱਤਰ ਛੱਡ ਗਏ ਨੇ। ਉਹਨਾਂ ਦੀ ਮੌਤ ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮੇਜਰ ਸਿੰਘ ਆਪਣੀ ਸੂਝਵਾਨ ਅਤੇ ਗਿਆਨਵਰਧਕ ਰਿਪੋਰਟਿੰਗ ਲਈ ਜਾਣੇ ਜਾਂਦੇ ਸਨ। ਉਹ ਪੰਜਾਬੀ ਪੱਤਰਕਾਰ ਤੇ ਇੱਕ ਉੱਘੇ ਹਸਤਾਖਰ ਸਨ। ਉਹਨਾਂ ਹਮੇਸ਼ਾ ਆਪਣੀ ਕਲਮ ਰਾਹੀਂ ਪੰਜਾਬ ਦੇ ਭੱਖ ਦੇ ਮਸਲੇ ਚੁੱਕੇ। ਉਹ ਬੇਵਕਤੇ ਸਾਨੂੰ ਵਿਛੋੜਾ ਦੇ ਗਏ ਹਨ। ਪੰਜਾਬ ਦੇ ਬੇਸ਼ੁਮਾਰ ਲੋਕਾਂ ਦੀ ਆਵਾਜ਼ ਬਣਨ ਲਈ ਜਾਣਿਆ ਜਾਂਦਾ ਇੱਕ ਨੇਕ ਦਿਲ ਅਤੇ ਨਿੱਜਰ ਪੱਤਰਕਾਰ ਗੁਆ ਲਿਆ ਹੈ। ਉਹਨਾਂ ਦੇ ਚਲੇ ਜਾਣ ਨਾਲ ਪੰਜਾਬੀ ਪੱਤਰਕਾਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਰਤ ਨੇ ਪੂਰਬੀ ਲੱਦਾਖ ਵਿਵਾਦ ਦੇ ਮੱਦੇ ਤੇ ਅੱਜ ਉਮੀਦ ਜ਼ਾਹਿਰ ਕੀਤੀ ਹੈ ਕਿ ਚੀਨ ਕੂਟਨੀਤਕਾਂ ਤੇ ਫੌਜੀ ਕਮਾਂਡਰਾਂ ਵਿਚਾਲੇ ਮੌਜੂਦਾ ਵਾਰਤਾ ਰਾਹੀਂ ਫੌਜੀਆਂ ਦੀ ਵਾਪਸੀ ਯਕੀਨੀ ਬਣਾਉਣ ਅਤੇ ਪੂਰਬੀ ਲੱਦਾਖ ਤੇ ਬਾਕੀ ਇਲਾਕਿਆਂ 'ਚੋਂ ਫੌਜ ਪਿੱਛੇ ਹਟਾਉਣ ਦੀ ਪ੍ਰਕਿਰਿਆ ਜਲਦੀ ਪੂਰੀ ਕਰੇਗਾ ਤਾਂ ਜੋ ਦੋਵੇਂ ਧਿਰਾਂ ਦੀਆਂ ਆਪਣੀਆਂ ਫੌਜਾਂ ਪਿੱਛੇ ਹਟ ਸਕਣ। ਭਾਰਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੈਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕਿਨਾਰਿਆਂ ਤੋਂ ਫੌਜ ਹਟਾਉਣ ਦੀ ਪ੍ਰਕਿਰਿਆ ਹਾਲ ਹੀ 'ਚ ਪੂਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ श्रीवास्तव ने प्रेस वार्ता दौरान किया कि विदेश मंत्री एस जयशंकर ਦੀ ਪਿਛਲੇ ਹਫਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਯੀ ਨਾਲ ਗੱਲਬਾਤ ਹੋਈ ਹੈ, ਜਿਸ ਵਿੱਚ ਹੌਟਲਾਈਨ ਸਥਾਪਿਤ ਕਰਨ ਤੇ ਸਹਿਮਤੀ ਜ਼ਾਹਿਰ ਕੀਤੀ ਗਈ ਹੈ।
ਹਰਿਆਣਾ ਅਸੈਂਬਲੀ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦਾ ਆਗਾਜ਼ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਦੇ ਭਾਸ਼ਣ ਨਾਲ ਹੋਇਆ। ਉਂਝ ਪਹਿਲੇ ਦਿਨ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਵੱਲੋਂ ਖੱਟਰ ਸਰਕਾਰ ਖਿਲਾਫ ਪੇਸ਼ ਬੇਭਰੋਸਗੀ ਮਤੇ ਨੂੰ ਮਨਜ਼ੂਰ ਕਰ ਲਿਆ ਅਤੇ ਮਤੇ ਤੇ ਬਹਿਸ ਦੀ ਵੋਟਿੰਗ 10 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਕਾਲੀ ਪੱਟੀਆਂ ਬੰਨ੍ਹ ਕੇ ਹਾਈਕੋਰਟ ਚੌਂਕ ਤੋਂ ਪੈਦਲ ਮਾਰਚ ਕਰਦੇ ਹੋਏ ਵਿਧਾਨ ਸਭਾ ਪਹੁੰਚੇ। ਕਾਂਗਰਸੀ ਵਿਧਾਇਕਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਅਤੇ ਇਹਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਹਰਿਆਣੇ ਦੇ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ ਨੇ ਬਜਟ ਇਜਲਾਸ ਦੇ ਪਹਿਲੇ ਦਿਨ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਰਿਆਣਾ ਨੂੰ ਪਾਣੀ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਹੈ ਕਿ ਸੂਬਾ ਸਰਕਾਰ ਸੁਪਰੀਮ ਕੋਰਟ ਵਿੱਚ ਸਤਲੁਜ ਜਮੁਨਾ ਲਿੰਕ ਨਹਿਰ ਦੇ ਨਿਰਮਾਣ ਸੰਬੰਧੀ ਮੁਸਤੈਦੀ ਨਾਲ ਪੈਰਵਾਈ ਕਰ ਰਹੀ ਹੈ। ਸੂਬਾ ਸਰਕਾਰ ਨੇ ਸਿਖਲਾਈ ਅਦਾਲਤਾਂ ਦੀਆਂ ਹਦਾਇਤਾਂ ਤੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਹੋਈ ਮੀਟਿੰਗ ਵਿੱਚ ਇਸ ਮੁੱਦੇ ਨੂੰ ਵਧੀਆ ਢੰਗ ਨਾਲ ਚੁੱਕਿਆ। ਬਜਟ ਇਜਲਾਸ ਦੀ ਪਲੇਠੀ ਬੈਠਕ ਨੂੰ ਸੰਬੋਧਨ ਕਰਦੇ ਰਾਜਪਾਲ ਨੇ ਆਪਣਾ ਭਾਸ਼ਣ ਕੁਝ ਮਿੰਟਾਂ ਵਿੱਚ ਹੀ ਖਤਮ ਕਰ ਦਿੱਤਾ। ਉਹਨਾਂ ਸੂਬਾ ਸਰਕਾਰਾਂ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਹੈ। ਥਾਣਾ ਗੋਇੰਦਵਾਲ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਡੇਰਾ ਸਾਹਿਬ ਦੇ ਮੁੰਡਾ ਪਿੰਡ ਵਿੱਚ ਨੂੰਹ ਵੱਲੋਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਦੇ ਬਾਅਦ ਆਪਣੇ ਪਹਿਲੇ ਸੱਸ ਸਹੁਰੇ ਦੀ ਕੀਤੀ ਕੁੱਟਮਾਰ, ਘਰ ਦੀ ਵੀ ਕੀਤੀ ਭੰਨਤੋੜ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਚਰਨਜੀਤ ਸਿੰਘ ਦੀ 4.5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਨੂੰਹ ਲਖਵਿੰਦਰ ਕੌਰ ਦੇ ਉਹਨਾਂ ਦੇ ਸਰੀਕੇ ਵਿੱਚ ਹੀ ਮਨਜਿੰਦਰ ਸਿੰਘ ਨਾਲ ਨਜਾਇਜ਼ ਸੰਬੰਧ ਬਣ ਗਏ ਸਨ ਅਤੇ ਉਹ ਕਰੀਬ 1 ਸਾਲ ਪਹਿਲਾਂ ਉਸਨੇ ਮਨਜਿੰਦਰ ਸਿੰਘ ਨਾਲ ਵਿਆਹ ਕਰਵਾ ਕੇ ਆਪਣੇ ਬੱਚੇ ਵੀ ਨਾਲ ਲੈ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਵੱਡਾ ਪੁੱਤਰਾ ਚਮਕੌਰ ਸਿੰਘ, ਜਿਸ ਬਾਰੇ ਉਹਨਾਂ ਨੂੰ ਸ਼ੱਕ ਹੈ ਕਿ ਉਹ ਆਪਣੀ ਮਾਂ ਦੇ ਨਜਾਇਜ਼ ਸੰਬੰਧਾਂ ਦੀ ਭਿਣਕ ਲੱਗਣ ਤੇ ਉਸ ਦਾ ਵੀ ਕਤਲ ਕਰ ਦਿੱਤਾ ਗਿਆ। ਬੀਤੇ ਦਿਨੀ ਉਹਨਾਂ ਦੀ ਨੂੰਹ ਵੱਲੋਂ ਸਾਡੇ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਡੇ ਉੱਪਰ ਹਮਲਾ ਕਰ ਦਿੱਤਾ ਅਤੇ ਸਾਡੇ ਘਰ ਦੀ ਭੰਨਤੋੜ ਵੀ ਕੀਤੀ ਅਤੇ ਮੇਰੀ ਪਤਨੀ ਬਲਵਿੰਦਰ ਕੌਰ ਨੂੰ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਕਿ ਸਰਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਹਦੇ ਵਿੱਚ ਮੈਂ ਇਹ ਤਾਂ ਪਹਿਲਾਂ ਮੈਂ ਇੱਥੇ ਰਾਣੀਵਾਲਾ ਬੱਚੇ ਪੜਾਉਂਦੀ ਰਹੀ ਹਾਂ। ਫਿਰ ਮੇਰੇ ਸੱਟਾਂ ਲੱਗਣ ਬਾਅਦ ਮੈਂ ਆਪਣੇ ਪੇਕਿਆਂ ਦੇ ਘਰ ਚਲੇ ਗਈ। ਰੋਡ ਦੇ ਵਿੱਚ ਪਹਿਲੀ ਆਈ ਸੀ, ਉਹਨਾਂ ਨੂੰ ਪੈਸੇ ਮਿਲੇ, ਮੇਰੀਆਂ ਲੱਤਾਂ ਦਾ ਇਲਾਜ ਕਰਾਉਂਦੇ ਰਹੇ, ਮੇਰੇ ਬੱਚਿਆਂ ਦਾ ਵੀ ਸਾਰਾ ਦੇਖਭਾਲ ਕਰਦੇ ਰਹੇ। ਹੁਣ ਅੱਜ ਉਸ ਤੋਂ ਬਾਅਦ ਮੈਂ ਆਪਣੇ ਕਰ ਲਿਆ, ਕੋਰਟ ਮੈਰਿਜ ਕਰਵਾ ਲਈ ਤੇ ਮੇਰੇ ਨਜਾਇਜ਼ ਇਹਨਾਂ ਨੇ ਤਾਲੇ ਤੋੜੇ, ਸਮਾਨ ਅੰਦਰ ਮੇਰਾ ਜਿਹੜਾ ਇਹਨਾਂ ਨੇ ਕਬਜ਼ਾ ਕਰ ਲਿਆ। ਇਸ ਟਾਈਮ ਤੇ ਮੈਨੂੰ ਡੰਗਰਾਂ ਵਾਲੇ ਬਰਾਂਡੇ ਦੇ ਵਿੱਚ ਕੱਢਿਆ ਗਿਆ। ਮੇਰਾ ਕਾਕਾ ਵੀ 2 ਮਈ ਨੂੰ ਪੂਰਾ ਹੋਇਆ ਸੀ। 2 ਮਈ ਨੂੰ 5ਵੇਂ ਮਹੀਨੇ ਦੀ 2 ਤਰੀਕ ਨੂੰ ਹੁਣ ਕਾਕੇ ਮੇਰੇ ਨੂੰ ਸਾਲ ਪੂਰਾ ਹੋਣਾ, ਜੇ ਸਾਲ ਨਹੀਂ ਹੋਇਆ ਮੇਰੇ ਕਾਕੇ ਨੂੰ ਕਰੰਟ ਲੱਗ ਗਿਆ ਗੱਡੀ ਦੇ ਗੈਂਦ ਵੱਡੀ ਲੈਣ ਦੇ ਨਾਲ ਮੌਤ ਹੋ ਗਈ ਉਹਦੀ। ਹਾਂਜੀ ਸਟੇ ਉਹ ਮੇਰੇ ਕੋਲ। ਹੁਣ ਮੇਰੀ ਮੰਗ ਹੈ ਕਿ ਜੋ ਮੇਰਾ ਹੱਕ ਹੈ, ਮੇਰਾ ਹੱਕ ਮੇਰੇ ਬੱਚਿਆਂ ਨੂੰ ਦਿੱਤਾ ਜਾਵੇ। ਮੇਰੇ ਬੱਚੇ 2 ਸੁਖਮੀਤ ਸਿੰਘ ਤੇ 1 ਸੇਜਪ੍ਰੀਤ ਕੌਰ, ਚਮਕੌਰ ਸਿੰਘ ਕਾਕਾ ਪੂਰਾ ਹੋ ਗਿਆ ਵਾ। 2 ਲੜਕੇ 1 ਲੜਕੀ? ਹਾਂਜੀ 2 ਲੜਕੇ ਤੇ 1 ਲੜਕੀ। ਨਹੀਂ ਮੇਰੇ 2 ਲੜਕੇ 1 ਲੜਕੀ, ਜਿਹਦੇ ਵਿੱਚੋਂ 1 ਲੜਕਾ 1 ਲੜਕੀ ਰਹਿ ਗਈ। 1 ਲੜਕਾ ਪੂਰਾ ਹੋ ਗਿਆ ਵਾ। ਜਿਹੜਾ ਪੂਰਾ ਹੋਇਆ ਉਹਦਾ ਨਾਂ ਚਮਕੌਰ ਸਿੰਘ। ਨਹੀਂ ਜੀ ਮੈਂ ਆਪ ਹੀ ਆਈ ਸੀ, ਮੈਂ ਉਹਨਾਂ ਨੂੰ ਦਰਖਾਸਤ ਦੇ ਕੇ ਆਈ ਸੀ। ਪਹਿਲਾਂ ਮੈਂ ਥਾਣਾ ਤੇ ਚੋਲਾ ਸਾਹਿਬ ਤੇ ਗੋਂਦਵਾਲ ਸਾਹਿਬ ਗਈ, ਉਹ ਤੋਂ ਮਾਰਕਾ ਕੀਤਾ। ਉਹਨਾਂ ਨੇ ਮੈਨੂੰ ਦਰਖਾਸਤ ਦਿੱਤੀ, ਮੈਂ ਡੇਰਾ ਸਾਹਿਬ ਚੌਂਕੀ ਦੇ ਵਿੱਚ ਜਮ੍ਹਾਂ ਕਰਵਾਈ। ਫਿਰ ਆਣ ਕੇ ਮੈਂ ਆਪਣੇ ਘਰ ਵੜੀ ਆ, ਐਂਟਰੀ ਕੀਤੀ ਅੰਦਰ। ਤੇ ਕਿੱਥੋਂ ਮਿਲਿਆ ਤੁਹਾਨੂੰ? ਹਾਂਜੀ ਮੈਨੂੰ ਤਰਨਤਾਰਨ ਕਚਹਿਰੀਆਂ ਤੋਂ। ਕੱਲ੍ਹ ਹੋਈ ਆ, ਮੇਰਾ ਮੁੰਡਾ 16 ਦੇ ਵਿੱਚ ਐਕਸੀਡੈਂਟ 'ਚ ਮਾਰਿਆ ਗਿਆ, ਜਿਹੜਾ ਕਿ ਮੇਰੀ ਮਗਰੋਂ ਨੂੰਹ ਲਖਵਿੰਦਰ ਕੌਰ ਉਹ ਆਪਣੇ ਪੇਕੇ ਰਹਿਣ ਲੱਗੀ। ਪੇਕੇ ਨਾਲ ਵੀ ਆਉਣ ਜਾਣ ਲੱਗੀ ਇੱਥੇ, ਉਹਦੀ ਮੇਰੇ ਭਰਾ ਦੇ ਪੁੱਤਰ ਨਾਲ ਨਜਾਇਜ਼ ਸੰਬੰਧ ਹੋ ਗਏ। ਅਸੀਂ ਇਤਰਾਜ਼ ਵੀ ਕੀਤਾ, ਉਹ ਮੁੜ ਕੇ ਨਸ਼ਹਿਰੇ ਚਲ ਗਈ ਆਪਦੇ ਮਾਂ ਪਿਓ ਕੋਲ ਰਹਿਣ, ਵੀ ਉੱਥੇ ਉਹ ਜਾਣ ਲੱਗ ਗਿਆ। ਅਤੇ ਸਨ ਆਪਣੇ ਆਣ ਕੇ ਪਿਛਲੇ 11 ਮਹੀਨੇ ਹੋ ਗਏ ਇੱਥੇ ਲਗਭਗ ਉੱਥੇ ਵਿਆਹ ਕਰਾ ਲਿਆ ਨਜਾਇਜ਼ ਸੰਗਰੂਰ ਭੱਜ ਕੇ। ਮੇਰਾ ਪੋਤਰਾ ਉਹ ਕੌੜ ਦਾ ਹੈਗਾ, ਉਹਨੂੰ ਇਹਨਾਂ ਨੇ ਗੱਡੀ ਨਾਲ ਘਲਾਇਆ ਮਨਜਿੰਦਰ ਸਿੰਘ ਨਾਲ। ਮਨਜਿੰਦਰ ਆਪ ਗੱਡੀ ਮੋੜ ਕੇ ਆਣ ਕੇ ਵਿਆਹ ਕਰ ਲਿਆ ਅਤੇ ਉਹਨੂੰ ਗੁਰਪਾਲ ਦੇ ਨਾਲ ਘਲਾਇਆ ਮਣੀਪੁਰ। ਉੱਥੇ ਉਹਨੂੰ ਮਾਰਤਾ ਅਤੇ ਲਾਤਾ ਵੀ ਇਹ ਬਿਜਲੀ ਲੱਗੀ ਇਹਨੂੰ। ਅਤੇ ਉਹ ਤੋਂ ਬਾਅਦ ਉਹਨਾਂ ਉੱਥੇ ਸੰਸਕਾਰ ਕਰਤਾ। ਅਸੀਂ ਆ ਫੁੱਲ ਸਾਨੂੰ ਲਿਆ ਕੇ ਦਿਓ, ਇਹਨਾਂ ਫੁੱਲ ਸਿੱਧੇ ਪਾ ਕੇ ਸਾਨੂੰ ਉਹਨੇ ਉੱਤੇ ਵੀ ਟੱਚ ਨਾ ਕਰਾ ਲੈਣ। ਨਵਾਂ ਮਾਮਲਾ ਉਹ ਸਾਡੇ ਘਰ 'ਤੇ ਮੇਰੇ ਘਰ ਵਾਲੀ ਸੱਟਾਂ ਮਾਰੀਆਂ, ਘਰ 'ਤੇ ਕਬਜ਼ਾ ਕਰਨ ਆਉਣ ਪਿਆ। ਕੌਣ? ਆਪਣੇ ਲਖਵਿੰਦਰ ਕੌਰ ਨਾਲ ਉਹਦੇ ਬੱਚੇ ਸੀ, ਨਾਲ ਆਪਣੀ ਮਨਪ੍ਰੀਤ ਕੌਰ ਇਹਦੇ ਪਾਲਸੋਂ ਦੇ ਨੂੰਹ, ਗੁਰਪਾਲ ਦੀ ਨੂੰਹ, ਗੁਰਪਾਲ ਦਾ ਭਰਾ ਅਵਤਾਰ, ਅਤੇ ਇੱਕ ਨਿਰਭੈ ਸਿੰਘ ਗੁਰਪਾਲ ਸਿੰਘ ਦਾ ਪੁੱਤ।
ਅਸੀਂ ਮੈਂ ਕਰਦੇ ਵੀ ਜੋ ਸਾਡਾ ਸਹੀ ਸਹੀ ਆ ਉਹ ਨਿਆਂ ਹੋਣਾ ਚਾਹੀਦਾ। ਪੁਲਿਸ ਨੂੰ ਦਰਖਾਸਤ ਦਿੱਤੀ ਹੈ, ਬਣਦੀ ਕਾਰਵਾਈ ਕੀਤੀ ਜੋ ਆ ਕੇ ਸਾਡਾ ਇਨਸਾਫ ਦਿੱਤਾ ਜਾਵੇ। ਇੰਦਰ ਸਿੰਘ ਨੇ ਸਾਡੇ ਨਾਲ ਬਹੁਤ ਧੋਖਾ ਹੋ ਗਿਆ ਸੀ। ਸਾਨੂੰ ਪਤਾ ਨਹੀਂ ਸੀ ਵੀ ਇਹ ਚੌਥਾ ਹੀ ਅੱਗੇ ਕਾਰਨਾਮੇ ਕਰਕੇ ਆਈ, ਪੰਜਵੇਂ ਥਾਂ ਸਾਡੇ ਘਰ ਆ ਗਈ। ਇਹਦੀਆਂ ਚਿੱਟੀਆਂ ਵੀ ਦੁਆ ਚਿੱਟੀਆਂ ਇਹਦੀਆਂ ਸਾਡੇ ਕੋਲ। ਇਹਨੇ ਸੱਟਾਂ ਮਰਵਾਦੀਆਂ ਮੇਰੇ ਛੋਟੇ ਕਾਕੇ ਨੂੰ। ਪਹਿਲੇ 10 ਸਾਲ ਹੋ ਗਏ, 10-12 ਸਾਲ ਕਿ ਸਾਡਾ ਕੋਈ ਹਾਲ ਨਹੀਂ। ਕੁਛ ਨਹੀਂ ਉਹਨੇ ਛੱਡਿਆ। ਸਾਡਾ ਪਤੀ ਮਰਵਾ ਦਿੱਤਾ, ਧੀ ਮਰਵਾਤੀ, ਪੁੱਤਰਾ ਮਰਵਾਤਾ। ਉਲਟਾ ਸਾਨੂੰ ਠਿਕਾਣ ਨਹੀਂ ਦੇਣ। ਅਸੀਂ ਕਿਧਰ ਚਾਹੀਏ ਹੁਣ? ਸਾਡਾ ਕੋਈ ਸਹਾਰਾ ਨਾ ਰਹਿਣ ਦੇਣਾ ਦੀ ਤਰ੍ਹਾਂ ਸਾਰਾ ਕੋਈ ਨਹੀਂ ਰਹਿਣ ਦੇਣਾ। ਧੀਆਂ ਜਵਾਈਆਂ ਨੇ ਤੇ ਸਾਰਾ ਕੇਸ ਕੀਤੇ ਨੇ। ਜ਼ਮੀਨ ਜਾਇਦਾਦ ਸਾਰੀ ਦੇਖੋ ਲੈਣੀ, ਤੁਹਾਨੂੰ ਨਹੀਂ ਛੱਡਣਾ। ਅਜੇ ਵੀ ਸਾਨੂੰ ਧਮਕੀਆਂ ਦਿੰਦੀਆਂ ਨੇ। ਬੁੱਧਵਾਰ ਸਾਡੇ ਆਣ ਕੇ ਘਰ ਪੈ ਗਈ 9 ਸੱਸ ਕਰੇ। ਛੋਟੇ ਬੱਚੇ ਨੂੰ ਵੀ ਕਾਕੇ 9 ਸਾਲਾਂ ਦਾ ਕਾਕਾ ਨੂੰ ਚੁੱਕ ਕੇ ਮਾਰਿਆ। ਪੁੱਤਰੇ ਨੇ ਮੇਰੇ ਨੇ ਮੈਨੂੰ ਮਾਰਿਆ, ਮੇਰੀ ਪੁੱਤਰੀ ਨੇ। ਕੋਈ ਕਾਰਵਾਈ ਨਹੀਂ। ਇਹਨਾਂ ਨੇ ਪੁਲਿਸ ਵਾਲਿਆਂ ਨੂੰ ਪੈਸੇ ਹੁੰਦੀ ਹੈ ਤੇ ਕੋਈ ਕਾਰਵਾਈ ਸੁਣਦਾ ਨਹੀਂ ਗਾ ਸਾਡੀ। ਸਾਡੇ 6 ਸਾਲ ਹੋ ਗਏ ਆ ਸਾਡੇ ਪੁੱਤ ਮਰੇ ਨੂੰ ਤੇ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ। ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿੱਚ ਸ਼ਵੈਤ ਮਲਿਕ ਦਾ ਹੋਇਆ ਕਿਸਾਨਾਂ ਵੱਲੋਂ ਡਟ ਕੇ ਵਿਰੋਧ। ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਏ ਸ਼ਵੈਤ ਮਲਿਕ। ਪੁਲਿਸ ਦਾ ਕਹਿਣਾ ਹੈ ਕਿ ਸ਼ਵੈਤ ਮਲਿਕ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਆਉਣ ਦੀ ਕੋਈ ਵੀ ਸੂਚਨਾ ਨਹੀਂ ਸੀ। ਨਹੀਂ, ਸਾਨੂੰ ਪਤਾ ਹੀ ਨਹੀਂ, ਕੋਈ ਇਨਫੋਰਮੇਸ਼ਨ ਹੀ ਨਹੀਂ ਸਾਡੇ ਕੋਲ ਵੀ ਮਲਕ ਜੀ ਇੱਥੇ ਆਏ ਨੇ। ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ। ਠੀਕ ਹੈ, ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਵੀ ਮਲਕ ਜੀ ਆਏ ਨੇ। ਠੀਕ ਹੈ। ਤਾਂ ਹੁਣ ਕਿਸਾਨ ਅੰਦਰ ਐਂਟਰ ਕੀਤੇ ਸੀ, ਸਿਕਿਉਰਿਟੀ ਸੀ ਪੁਲਿਸ ਸੀ, ਪਰ ਫਿਰ ਵੀ ਅੰਦਰ ਐਂਟਰ ਅਸੀਂ ਰੋਕ ਦਿੱਤੇ ਨੇ। ਜਦੋਂ ਸਾਨੂੰ ਪਤਾ ਲੱਗਾ ਮਲਕ ਜੀ ਆਏ ਨੇ, ਅਸੀਂ ਰੋਕ ਦਿੱਤੇ ਨੇ। ਠੀਕ ਹੈ ਜੀ। ਹਾਂਜੀ। ਐਕਸਪ੍ਰੈਸ ਹਾਈਵੇ ਲਈ ਕਿਸਾਨਾਂ ਦੀ ਐਕਵਾਇਰੀ ਕੀਤੀ ਜਾਣ ਵੱਲੋਂ ਜ਼ਮੀਨ ਦਾ ਉਹਨਾਂ ਨੂੰ ਵਾਜਿਬ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਨੇ SDM ਖਡੂਰ ਸਾਹਿਬ ਦੇ ਦਫ਼ਤਰ ਬਾਹਰ ਮਾਰਿਆ ਧਰਨਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਉਹਨਾਂ ਦੀ ਜ਼ਮੀਨ ਆਪਣੀ ਮਰਜ਼ੀ ਨਾਲ ਲੋੜ ਅਨੁਸਾਰ ਐਕਵਾਇਰ ਕਰ ਰਹੀ ਹੈ, ਜਿਸ ਕਰਕੇ ਉਹਨਾਂ ਦੀ ਇੱਕਸਾਰ ਜ਼ਮੀਨ ਉੱਪਰ ਸਰਕਾਰ ਵੱਲੋਂ ਐਕਵਾਇਰ ਕਰਨ ਤੋਂ ਬਾਅਦ ਉਹਨਾਂ ਦੀ ਜ਼ਮੀਨ ਤੇ ਟੋਟੇ ਹੋ ਜਾਣ ਕਰਕੇ ਉਹਨਾਂ ਦੀ ਜ਼ਮੀਨ ਖਰਾਬ ਹੋ ਜਾਵੇਗੀ। ਇਸ ਕਰਕੇ ਸਰਕਾਰ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ 1 ਏਕੜ 1 ਕਰੋੜ ਮੁੱਲ ਦੇਵੇ, ਨਹੀਂ ਤਾਂ ਉਹ ਆਪਣੀ ਜ਼ਮੀਨ ਨਹੀਂ ਦੇਣਗੇ। ਜ਼ਮੀਨ ਸਾਡੀ ਆਂਦਾਰ ਆਪਣੀ ਮਰਜ਼ੀ ਨਾਲ ਦਿੰਦਾ ਆ। ਵੀ ਖਰੀਦਦੇ ਆ ਉਹਦਾ ਆਪਣਾ ਰੇਟ ਹੁੰਦਾ, ਤੇ ਜ਼ਮੀਨ ਸਾਡੀ ਹੋਵੇ ਤੇ ਰੇਟ ਸਾਡਾ ਸਰਕਾਰ ਭਰੇ। ਇਹ ਕਿੱਥੇ ਲਿਖਿਆ ਆ ਭਾਈ? ਅਸੀਂ ਪਰਨ ਕਰਕੇ ਜਾਈਏ ਵੀ ਅਸੀਂ 1 ਕਰੋੜ ਤੋਂ ਘੱਟ ਜਿਹੜਾ ਕਿੱਲਾ ਵਾ ਉਹ ਨਹੀਂ ਦੇਣਾ ਸਰਕਾਰ ਨੂੰ, ਪਰ ਦੇਣਾ ਤੇ ਤੁਹਾਡੇ ਸਿਰ ਤੇ ਹੀ ਪੈਣਾ ਨਾ। ਸਾਡੀ ਨਫਰੀ ਕਿੰਨੀ ਕਿ ਸਾਨੂੰ ਇਹ ਸੰਘਰਸ਼ ਲੜਨਾ ਪੈਣਾ ਵਾ ਤੇ ਤਗੜੇ ਹੋਣਾ ਪੈਣਾ ਵਾ। ਸਾਰੇ ਭਰਾਵਾਂ ਦਾ ਸਾਥ ਲੈਣਾ ਪੈਣਾ ਵਾ। ਇਹ ਸਾਥ ਤੋਂ ਬਿਨਾਂ ਲੜਾਈ ਜਿਹੜੀ ਆ ਉਹ ਨਹੀਂ ਲੜੀ ਜਾਣੀ। ਧੂਰੀ ਦੇ ਨਜ਼ਦੀਕ ਪਿੰਡ ਬੱਬਨਪੁਰ ਵਿਖੇ ਸਕੂਲ ਅਧਿਆਪਕ ਨੇ 11 ਸਾਲਾਂ ਦੇ ਇੱਕ ਵਿਦਿਆਰਥੀ ਨਾਲ ਛੇੜਛਾੜ ਕੀਤੀ ਹੈ। ਪਿੰਡ ਦੇ ਵਸਨੀਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਪੰਜਾਬ ਵਿੱਚ ਦਿਨ-ਬ-ਦਿਨ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਧੂਰੀ ਦੇ ਨਜ਼ਦੀਕ ਪਿੰਡ ਬੱਬਨਪੁਰ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਕਿ ਇੱਕ ਸਕੂਲ ਦੇ ਇੱਕ 4ਥੀ ਕਲਾਸ ਦੀ ਵਿਦਿਆਰਥੀ, ਜਿਸ ਦੀ ਉਮਰ 11 ਸਾਲ ਹੈ, ਨਾਲ ਛੇੜਛਾੜ ਇੱਕ ਸਕੂਲ ਅਧਿਆਪਕ ਦੀ ਤਰਫੋਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲੜਕੀ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਉਸਦੇ ਘਰ ਵਾਲਿਆਂ ਨੇ ਦੱਸਿਆ ਹੈ ਕਿ 2-3 ਦਿਨ ਸਾਡੀ ਲੜਕੀ ਸਕੂਲ ਜਾਣ ਤੋਂ ਮਨਾ ਕਰ ਰਹੀ ਸੀ। ਜਦੋਂ ਲੜਕੀ ਤੋਂ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇੱਕ ਅਧਿਆਪਕ ਵੱਲੋਂ ਗਲਤ ਹਰਕਤਾਂ ਕਰਨ ਦਾ ਖੁਲਾਸਾ ਕੀਤਾ। ਬਾਅਦ ਵਿੱਚ ਲੜਕੀ ਦੇ ਪਿਤਾ ਨੇ ਪਿੰਡ ਦੇ ਸਰਪੰਚ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਅਤੇ ਥਾਣਾ ਸਦਰ ਧੂਰੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਸਰਕਾਰੀ ਸਕੂਲ ਬੱਬਨਪੁਰ ਸਕੂਲ ਵਿੱਚ ਪੜ੍ਹਦੀ ਹਾਂ। ਮੈਂ ਕਲਾਸ ਵਿੱਚ ਪੜ੍ਹ ਰਹੀ ਸੀ। ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਦਾ ਨਾਮ ਕੁਲਦੀਪ ਵੀ ਹੈ, ਉਹਨੂੰ ਮਿੰਟੂ ਵੀ ਕਹਿੰਦੇ ਨੇ। ਮੈਂ ਪੜ੍ਹ ਰਹੀ ਸੀ। ਉਹਨਾਂ ਨੇ ਮੈਨੂੰ ਕਿਹਾ ਪਾਣੀ ਦਾ ਗਲਾਸ ਫੜਾ। ਮੈਂ ਪਾਣੀ ਦਾ ਗਲਾਸ ਫੜਾ ਕੇ ਮੈਂ ਭੱਜਣ ਲੱਗੀ। ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਐਵੇਂ ਕੀਤਾ ਸੀਗਾ। ਮੈਨੂੰ ਡਰ ਲੱਗ ਰਿਹਾ ਸੀ। ਮੈਂ ਪਾਣੀ ਦਾ ਗਲਾਸ ਫੜਾ ਕੇ ਮੈਂ ਭੱਜ ਕੇ ਭੱਜਣ ਲੱਗੀ। ਜਦੀ ਉਹਨਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਕਿਹਾ ਕਿ ਹੈ ਨਾ ਤੂੰ ਮੇਰੇ ਨਾਲ ਇੱਕ ਘੁੱਟ ਕੇ ਜੱਫੀ ਪਾ, ਪਰ ਮੈਨੇ ਪਾਈ ਨਹੀਂ ਸੀ। ਮੈਨੂੰ ਬਾਰ-ਬਾਰ ਕਹਿ ਰਹੇ ਸੀ ਪਰ ਮੈਨੇ ਪਾਈ ਨਹੀਂ ਸੀਗੀ ਉਹਨਾਂ ਨਾਲ। ਬੇਟਾ ਕੌਣ ਸੀ ਉਹ ਵਿਅਕਤੀ? ਉਹਨਾਂ ਦਾ ਨਾਮ ਮਿੰਟੂ ਵੀ ਹੈ। ਔਰ ਨਹੀਂ, ਸਕੂਲ 'ਚ ਕੀ ਕਰਦੇ ਨੇ ਉਹ? ਸਕੂਲ 'ਚ ਪੜ੍ਹਾਉਂਦੇ ਨੇ, ਟੀਚਰ ਨੇ ਉਹਦੇ ਉਹ। ਹਾਂਜੀ। ਬੇਟਾ ਤੇਰੀ ਉਮਰ ਕਿੰਨੀ ਹੈ?
ਮੇਰੀ 11 ਸਾਲ ਦੀ। ਸਾਡੇ ਬੱਚਿਆਂ ਨਾਲ ਪਹਿਲਾਂ ਵੀ ਇੱਕ ਵਾਰੀ ਇਵੇਂ ਧੱਕਾ ਹੋਇਆ ਜੀ, ਅੱਜ ਇਹਨੇ ਫਿਰ ਦੂਜੀ ਵਾਰੀ ਕਰਿਆ ਗਿਆ ਨੇ। ਕਿਹਨੇ ਕੀਤਾ ਜੀ? ਇਹ ਜੀ ਕੁਲਦੀਪ ਸਰ ਨੇ, ਟੀਚਰ ਨੇ ਸਕੂਲ। ਅੱਛਾ, ਆਪਣੀ ਕੁੜੀ ਕਿਹੜੀ ਕਲਾਸ 'ਚ ਪੜ੍ਹਦੀ ਹੈ? ਚੌਥੀ ਕਲਾਸ 'ਚ ਪੜ੍ਹਦੀ ਹੈ। ਕਿੰਨੀ ਉਮਰ ਹੈ ਕੁੜੀ ਦੀ? 11 ਸਾਲ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਬਸ ਸਾਨੂੰ ਇਨਸਾਫ ਚਾਹੀਦਾ ਅੱਛਾ, ਹੁਣ ਤੱਕ ਤੁਸੀਂ ਪਹੁੰਚ ਕੀਤੀ ਕਿਸੇ ਉੱਚ ਅਧਿਕਾਰੀ ਨਾਲ? ਜੀ। ਪਹਿਲਾਂ ਕਰਿਆ ਸੀ, ਕਦੋਂ ਦਾ ਵਾਕਿਆ, ਕਦੋਂ ਦਾ ਇਹ? ਕੋਈ ਜੁਮੇ ਤੋਂ ਪਹਿਲਾਂ ਵੀ ਕਰਿਆ ਸੀ ਨਾ, ਕੁੜੀ ਦੱਸਿਆ ਕਿ ਜੁਮੇ ਵਾਲੇ ਦਿਨ ਕਰਿਆ ਸੀ, ਫਿਰ ਕਿਹਨਾਂ ਨੇ ਤੇ ਦੱਸਿਆ। ਤੁਸੀਂ ਪ੍ਰਿੰਸੀਪਲ ਨਾਲ ਗੱਲ ਕੀਤੀ ਨਹੀਂ ਇਸ ਵਿਸ਼ੇ ਤੇ? ਆਈ ਸੀ ਪ੍ਰਿੰਸੀਪਲ ਜਾਣ ਨੂੰ ਲੈ ਕੇ ਗਏ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਇਹ ਜਿਹੜੀ ਹੋਈ ਹੈ ਤਾਂ ਗਲਤ ਹੋਈ ਆ, ਵੀ ਕੱਲ ਨੂੰ ਸਾਡੀਆਂ ਵੀ ਬੱਚੀਆਂ ਪੜ੍ਹਦੀਆਂ ਨੇ, ਕੱਲ ਨੂੰ ਉਹਨਾਂ ਨਾਲ ਵੀ ਹੋ ਸਕਦੀ ਆ। ਵੀ ਸਾਨੂੰ ਇਹੀ ਮੰਗ ਆ ਸਾਡੀ ਸਰਕਾਰ ਵੱਲੋਂ ਵੀ, ਸਾਡੇ ਸਾਰੇ ਪਰਿਵਾਰ ਵੱਲੋਂ ਵੀ, ਸਾਡੇ ਪਿੰਡ ਵੱਲੋਂ ਵੀ ਇਹ ਟੀਚਰ ਇੱਥੋਂ ਬਦਲਨੇ ਚਾਹੀਦੇ, ਨੌਕਰੀ ਤੇ ਲੈਣੇ ਚਾਹੀਦੇ। ਬੱਚੇ ਦੀ ਕਿੰਨੀ ਕੁ ਉਮਰ ਆ ਜੀ? ਬੱਚੀ ਦੀ ਉਮਰ ਹੋਊਗੀ ਜੀ 10 ਸਾਲ ਦੀ। ਅੱਛਾ ਜੀ। 11 ਸਾਲ ਦੀ। ਟੀਚਰ ਕੌਣ ਹੈ ਜੀ? ਟੀਚਰ ਕੁਲਦੀਪ ਸਰ। ਇੱਥੇ ਲੋਕਲ ਪਿੰਡ ਦੀ ਹੈ ਕਿ ਬਾਹਰੋਂ ਆ ਜੀ? ਪਿੰਡ ਦਾ ਹੀ ਹੈ। ਹਾਂਜੀ। ਅੱਛਾ, ਹੁਣ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ? ਸਾਡੀ ਇਹੀ ਹੈ ਜੀ, ਇਹ ਨੌਕਰੀ ਤੋਂ ਡਿਸਮਿਸ ਹੋਣੇ ਚਾਹੀਦੇ ਨੇ। ਠੀਕ, ਉੱਚੀ ਬੋਲੋ ਜੀ। ਅੱਛਾ, ਤੁਸੀਂ ਪਿੰਡ ਦੇ ਸਰਪੰਚ ਹੋ ਜੀ? ਹਾਂਜੀ ਸਰਪੰਚ। ਅੱਛਾ, ਇਹ ਸਕੂਲ ਦੇ ਵਿੱਚ ਕੀ ਘਟਨਾ ਹੋਈ ਹੈ ਜੀ? ਇਹ ਜੀ ਬਹੁਤ ਜ਼ਿਆਦਾ ਹੋਈ ਆ ਵੀ ਬੱਚੀ ਤੋਂ ਦੇਖਿਆ ਨਹੀਂ ਜਾਂਦਾ, ਵੀ ਚੱਲਿਆ ਨਹੀਂ ਜਾਂਦਾ। ਉਹ ਕਹਿੰਦੀ ਮੇਰੇ ਨਾਲ ਜਿਹੜੀ ਕੀਤੀ ਆ ਵੀ ਇੱਥੋਂ ਦੱਸ ਹੀ ਨਹੀਂ ਸਕਦੀ ਜੀ। ਦੱਸ ਨਹੀਂ ਸਕਦੀ ਜੀ, ਤੁਸੀਂ ਆਪਦਾ ਆਪ ਹੀ ਸੋਚੋ। ਅੱਛਾ, ਹੁਣ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਜੀ? ਅਸੀਂ ਨੌਕਰੀ ਤੋਂ ਲੈਣਾ ਚਾਹੀਦਾ ਜੀ। ਨੌਕਰੀ ਤਾਂ ਲੈਣਾ ਤੁਸੀਂ ਪਿੰਡ ਦੇ ਸਰਪੰਚ ਹੋ ਜੀ, ਉਰੇ ਪ੍ਰਾਇਮਰੀ ਸਕੂਲ ਆ, ਤੁਸੀਂ ਕਹਿ ਸਕਦੇ ਹੋ ਵੀ ਇੱਥੇ ਲੇਡੀਜ਼ ਸਟਾਫ ਹੈ ਜਿਹੜਾ ਹਾਂਜੀ ਉਹ ਸਟਾਫ ਆ ਜਾ ਸਕਦੀ ਹੈ, ਸਾਡੇ ਲੇਡੀ ਜੀ। ਸਾਨੂੰ ਪੜ੍ਹਾਈ ਜਵਾਕਾਂ ਨੂੰ, ਬੱਚਿਆਂ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ। ਜੋ ਮਾਸਟਰ ਤੇ ਇਲਜ਼ਾਮ ਲੱਗਦੇ ਨੇ ਉਹ ਕਿੱਥੇ ਪਿੰਡ ਦਾ ਹੀ ਲੋਕਲ? ਹਾਂਜੀ। ਕੀ ਨਾਮ ਹੈ ਜੀ ਉਹਦਾ? ਕੁਲਦੀਪ ਸਿੰਘ ਬਾਬਾ ਦਾ ਨਾਮ ਕੀ ਹੈ ਜੀ? ਮਹਿੰਦਰ, ਪਿੰਡ ਬੱਬਨਪੁਰ ਜੀ। 26 फरवरी ਦੀ ਹੈ, ਦਿਨ ਸ਼ੁੱਕਰਵਾਰ। ਉਸ ਦਿਨ ਮੈਂ ਔਨ ਡਿਊਟੀ ਡੀਓ ਆਫਿਸ ਸੰਗਰੂਰ ਵਿਖੇ ਮੈਨੂੰ ਬੁਲਾਇਆ ਗਿਆ ਸੀ। ਉਸ ਦਿਨ ਜੋ ਗੱਲਬਾਤ ਹੋਈ ਬੱਚੇ ਦੇ ਨਾਲ, ਉਸ ਦੇ ਬਾਰੇ ਮੈਨੂੰ ਸੋਮਵਾਰ ਨੂੰ ਪਤਾ ਲੱਗਿਆ। ਪਤਾ ਲੱਗਣ ਤੋਂ ਬਾਅਦ ਮੈਂ ਆਪਣੇ ਕੁਲੀਗ ਦੇ ਨਾਲ ਗੱਲ ਸ਼ੇਅਰ ਕੀਤੀ, ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਇੱਕ ਹੀ ਗੱਲ ਕਹੀ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਵਾਪਰੀ। ਇਸ ਸੰਬੰਧੀ ਜਦੋਂ ਮੈਨੂੰ ਡਿਪਾਰਟਮੈਂਟ ਨੇ ਪੁੱਛਿਆ ਤਾਂ ਉਹਨਾਂ ਦੇ ਧਿਆਨ ਹਿੱਤ ਮੈਂ ਸਾਰੀ ਗੱਲ ਲਿਆ ਕੇ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ। ਸਰ, ਡਿਪਾਰਟਮੈਂਟ ਤੋਂ ਕੋਈ ਇੱਥੇ ਆ ਕੇ ਗਏ ਨੇ? ਡਿਪਾਰਟਮੈਂਟ ਦੇ ਵਿੱਚ ਅੱਜ ਆਏ ਨੇ ਜੀ, ਡੀਪੀ ਸਾਹਿਬ ਸੀਗੇ ਨਾਲ, ਜ਼ਿਲ੍ਹੇ ਤੋਂ ਅਧਿਕਾਰੀ ਸੀ, ਸਟਾਫ ਸੀ ਉਹਨਾਂ ਦਾ। ਤੇ ਉਹਨਾਂ ਨੇ ਅੱਜ ਮਤਲਬ ਕਿ ਸਕੂਲ ਵਿਜ਼ਿਟ ਕੀਤਾ, ਇਸ ਘਟਨਾ ਸੰਬੰਧੀ ਮੌਕਾ ਦੇਖਿਆ। ਮੈਨੂੰ ਜੀ ਅਸੀਂ ਜੋ ਉਹਨਾਂ ਨੇ ਸਭ ਤੋਂ ਜਾਣਕਾਰੀ ਮੰਗੀ ਅਸੀਂ ਦੇ ਦਿੱਤੀ ਹੈ। ਇਹ ਕੰਮ ਜੋ ਵੀ ਹੈ ਡਿਪਾਰਟਮੈਂਟ ਦਾ ਹੈ ਜੀ। ਜੀ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA ਚੈਨਲ। ਧੰਨਵਾਦ।